ਜੋ ਵੈਲਕਮ ਟੂ ਪੀਐਸਸੀਬੀ ਵਾਲੇ ਬੇਟਾ ਪੀਐਸਸੀਬੀ ਵਾਲਿਆਂ ਦੇ ਵਿੱਚ ਆਪਾਂ ਅੱਜ ਟ੍ਰਿਗਨੋਮੈਟਰੀ ਦਾ ਇੱਕ ਚੈਪਟਰ ਕਰਨ ਜਾ ਰਹੇ ਹਾਂ। ਠੀਕ ਹੈ ਜੀ, ਕਲਾਸ 10th ਮੈਥਮੈਟਿਕਸ ਦਾ ਇਹ ਚੈਪਟਰ ਆ, ਕਾਫੀ ਇੰਪੋਰਟੈਂਟ ਆ ਔਰ ਸਾਰੇ ਬੱਚਿਆਂ ਨੂੰ ਇਹ ਚੈਪਟਰ ਚੰਗੀ ਤਰ੍ਹਾਂ ਆਉਣਾ ਚਾਹੀਦਾ। ਆਪਾਂ ਬੇਸਿਕ ਤੋਂ ਸ਼ੁਰੂ ਕਰਾਂਗੇ ਬੇਟਾ। ਟ੍ਰਿਗਨੋਮੈਟਰੀ ਸਭ ਤੋਂ ਯਾਨੀ ਕਿ ਬੱਚਿਆਂ ਨੂੰ ਜਿਸ ਤੋਂ ਡਰ ਲੱਗਦਾ ਵਾ ਉਹ ਵਾਲਾ ਇਹ ਚੈਪਟਰ ਆ। ਠੀਕ ਹੈ ਜੀ, ਟ੍ਰਿਗਨੋਮੈਟਰੀ ਜਿਹੜਾ ਆਪਾਂ ਬੇਸਿਕਲੀ ਆਪਾਂ ਇਹਦੇ ਵਿੱਚ ਇੱਕ ਰਾਈਟ ਐਂਗਲ ਟਰਾਇੰਗਲ ਦੀ ਪ੍ਰੋਪਰਟੀਜ਼ ਨੂੰ ਜਾਣਾਂਗੇ ਥੋੜ੍ਹਾ ਜਿਹਾ। ਰਾਈਟ ਐਂਗਲ ਟਰਾਇੰਗਲ ਮੰਨ ਲਓ ਏ ਬੀ ਸੀ ਇੱਕ ਰਾਈਟ ਐਂਗਲ ਟਰਾਇੰਗਲ ਹੈ ਬੇਟਾ। ਠੀਕ ਹੈ ਜੀ, ਇਸ ਟਰਾਇੰਗਲ ਦੇ ਅੰਦਰ ਜਿਹੜਾ ਐਂਗਲ 90 ਡਿਗਰੀ ਹੈ ਨਾ, ਉਸ ਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਨੂੰ ਆਪਾਂ ਹਾਈਪੋਟੇਨਿਊਜ਼ ਕਹਿੰਦੇ ਹਾਂ। ਇਸ ਸਾਈਡ ਨੂੰ ਆਪਾਂ ਕੀ ਕਹਾਂਗੇ? ਹਾਈਪੋਟੇਨਿਊਜ਼। ਇਸ ਤੋਂ ਇਲਾਵਾ ਬੇਟਾ ਮੰਨ ਲਓ ਐਂਗਲ ਏ ਜਾਂ ਐਂਗਲ ਸੀ ਦੇ ਵਿੱਚੋਂ ਕਿਤੇ ਵੀ ਇੱਕ ਜਗ੍ਹਾ 'ਤੇ ਮੈਂ ਥੀਟਾ ਲਿਖ ਦੇਵਾਂ। ਹੁਣ ਜਿਹੜਾ ਥੀਟਾ ਵਾ ਬੇਟਾ ਆਪਣੇ ਕੋਲ ਇਹਦੇ ਬਿਲਕੁਲ ਸਾਹਮਣੇ ਵਾਲੀ ਸਾਈਡ ਨੂੰ ਆਪਾਂ ਪਰਪੈਂਡੀਕੂਲਰ ਕਹਿੰਦੇ ਹਾਂ, ਔਰ ਥੀਟਾ ਔਰ 90 ਦੇ ਵਿਚਕਾਰ ਜਿਹੜੀ ਸਾਈਡ ਆ, ਆਹ ਵਾਲੀ ਸਾਈਡ ਜਿਹੜੀ ਆ, ਦਿਸ ਇਜ਼ ਬੇਸ। ਤੁਹਾਨੂੰ ਬੇਸਿਕਲੀ ਇਹ ਤਿੰਨ ਚੀਜ਼ਾਂ ਤਾਂ ਪਤਾ ਹੀ ਹੋਣੀ ਚਾਹੀਦੀਆਂ। ਇਸ ਤੋਂ ਇਲਾਵਾ ਬੇਟਾ ਤੁਹਾਨੂੰ ਇੱਕ ਪਾਈਥਾਗੋਰਸ ਥਿਊਰਮ ਕਲੀਅਰ ਹੋਣੀ ਚਾਹੀਦੀ ਆ। ਪਾਈਥਾਗੋਰਸ ਥਿਊਰਮ ਕੀ ਆ? ਪਾਈਥਾਗੋਰਸ ਥਿਊਰਮ ਕਹਿੰਦੀ ਆ ਕਿ ਕਿਸੇ ਰਾਈਟ ਐਂਗਲ ਟਰਾਇੰਗਲ ਦੇ ਵਿੱਚ ਜੇ ਆਪਾਂ ਹਾਈਪੋਟੇਨਿਊਜ਼ ਦਾ ਸਕੁਆਇਰ ਕਰੀਏ ਤਾਂ ਉਹ ਬੇਸ ਦੇ ਸਕੁਆਇਰ ਪਲੱਸ ਪਰਪੈਂਡੀਕੂਲਰ ਦੇ ਸਕੁਆਇਰ ਦੇ ਬਰਾਬਰ ਆਉਂਦਾ ਵਾ ਹਮੇਸ਼ਾ। ਠੀਕ ਹੈ ਬੇਟਾ, ਸੋ ਇਹ ਹੋ ਗਿਆ ਬੇਸਿਕ ਚੀਜ਼ਾਂ ਜਿਹੜੀ ਸਾਨੂੰ ਪਤਾ ਹੋਣੀ ਚਾਹੀਦੀਆਂ ਟ੍ਰਿਗਨੋਮੈਟਰੀ ਦੇ ਵਿੱਚ। ਇਸ ਤੋਂ ਇਲਾਵਾ ਸਾਡੇ ਕੋਲ 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਪਤਾ ਹੋਣੀ ਚਾਹੀਦੀਆਂ। 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕਿਹੜੀਆਂ ਨੇ ਬੇਟਾ? 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼। ਕਾਪੀ ਲੈ ਕੇ ਨੋਟ ਕਰਦੇ ਰਹੋ। 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਕਿਹੜੀਆਂ ਨੇ ਬੇਟਾ? ਦੇਖੋ, ਸਭ ਤੋਂ ਪਹਿਲੀ ਹੈਗੀ ਆਪਣੇ ਕੋਲ ਸਾਈਨ ਥੀਟਾ। ਸਾਈਨ ਥੀਟਾ ਜਿਹੜਾ ਹੁੰਦਾ ਵਾ ਦੈਟ ਇਜ਼ ਪਰਪੈਂਡੀਕੂਲਰ ਅਪੋਨ ਹਾਈਪੋਟੇਨਿਊਜ਼। ਸੈਕਿੰਡ ਆਪਣੇ ਕੋਲ ਆਉਂਦੀ ਆ ਕੋਸ ਥੀਟਾ, ਇਹਦੀ ਵੈਲਿਊ ਹੁੰਦੀ ਆ ਬੇਸ ਅਪੋਨ ਹਾਈਪੋਟੇਨਿਊਜ਼। ਠੀਕ ਹੈ ਜੀ। ਥਰਡ ਆਪਣੇ ਕੋਲ ਆ ਜਾਂਦਾ ਵਾ ਟੈਨ ਥੀਟਾ, ਇਹ ਹੁੰਦਾ ਵਾ ਪਰਪੈਂਡੀਕੂਲਰ ਨੂੰ ਜਦੋਂ ਆਪਾਂ ਬੇਸ ਨਾਲ ਡਿਵਾਈਡ ਕਰ ਦਈਏ। ਠੀਕ ਹੈ ਜੀ। ਇਹਨਾਂ ਨੂੰ ਯਾਦ ਕਿੱਦਾਂ ਰੱਖਣਾ? ਯਾਦ ਰੱਖਣ ਵਾਸਤੇ ਇੱਕ ਛੋਟੀ ਟ੍ਰਿਕ ਆ ਬੇਟਾ। ਪੰਡਿਤ ਬਦਰੀ ਪ੍ਰਸਾਦ ਹਰ ਹਰ ਭੋਲੇ ਸੋਨਾ ਚਾਂਦੀ ਤੋਲੇ। ਠੀਕ ਹੈ ਜੀ। ਦੇਖੋ ਜੀ, ਪੰਡਿਤ ਬਦਰੀ ਪ੍ਰਸਾਦ ਹਰ ਹਰ ਭੋਲੇ ਸੋਨਾ ਚਾਂਦੀ ਤੋਲੇ। ਠੀਕ ਹੈ ਜੀ। ਹੁਣ ਇਹ ਕਿੱਦਾਂ? ਦੇਖੋ ਐਸ ਫॉर ਸਾਈਨ ਆ ਜੀ, ਸਾਈਨ ਦੀ ਵੈਲਿਊ ਹੈਗੀ P/H। ਦੇਖੋ ਇੱਥੇ P/H ਆ ਰਹੀ ਆ। ਸਿਮਿਲਰਲੀ C ਫॉर ਕੌਸ ਹੋ ਗਿਆ ਆਪਣੇ ਕੋਲ, ਕੌਸ ਦੀ ਵੈਲਿਊ ਹੋਗੀ B/H ਯਾਨੀ ਕਿ ਬੇਸ ਅਪੋਨ ਹਾਈਪੋਟੇਨਿਊਜ਼। ਔਰ T ਫॉर ਟੈਨ ਹੋ ਗਿਆ ਯਾਨੀ ਕਿ ਆਪਣੇ ਕੋਲ ਇਹਦੀ ਵੈਲਿਊ ਹੈਗੀ P/B ਯਾਨੀ ਕਿ ਪਰਪੈਂਡੀਕੂਲਰ ਬਾਈ ਬੇਸ। ਇਹ 6 ਹਜੇ ਆਪਾਂ 3 ਪੜ੍ਹੀਆਂ ਵਾ, 6 ਪੜ੍ਹਨੀਆਂ ਵਾ। ਹੁਣ 6 ਕਿੱਦਾਂ ਬਣੂਗੀਆਂ ਇਹਨਾਂ ਤੋਂ? ਪਹਿਲਾਂ ਤਾਂ ਬੇਟਾ ਇਸ ਟ੍ਰਿਕ ਨੂੰ ਯਾਦ ਰੱਖ ਲਓ ਕਿ ਆਪਾਂ ਇਹ 3 ਨੂੰ ਕਿੱਦਾਂ ਯਾਦ ਰੱਖਣਾ, ਕਿ ਇਹ 3 ਯਾਦ ਆ ਅਤੇ ਅਗਲੀਆਂ 3 ਆਪਣੇ ਆਪ ਬਣਨਗੀਆਂ। ਹੁਣ ਅਗਲੀਆਂ 3 ਕਿੱਦਾਂ ਬਣਨਗੀਆਂ ਦੇਖੋ। ਚੌਥੀ ਜਿਹੜੀ ਆ ਉਹ ਸਾਡੇ ਕੋਲ ਹੁੰਦੀ ਆ ਕੋਸੈਕ ਥੀਟਾ, ਉਹ ਹੁੰਦੀ ਆ 1/ਸਾਈਨ ਥੀਟਾ। ਹੁਣ ਸਾਈਨ ਕੀ ਸੀਗਾ? P/H ਹੈ ਨਾ। ਹੁਣ ਇਹਦਾ ਪੁੱਠਾ ਕਰ ਦੇ ਤਾਂ ਕੀ ਆ ਜਾਊਗਾ? H/P। ਸਿਮਿਲਰਲੀ ਜੋ ਫਿਫਥ ਵੈਲਿਊ ਸਾਡੇ ਕੋਲ ਟ੍ਰਿਗਨੋਮੈਟ੍ਰਿਕ ਰੇਸ਼ੋ ਹੈਗੀ ਆ ਦੈਟ ਇਜ਼ ਸੈਕ ਥੀਟਾ। ਸੈਕ ਥੀਟਾ ਜਿਹੜੀ ਹੈ ਇਹਦੀ ਵੈਲਿਊ ਹੁੰਦੀ ਆ 1/cos ਥੀਟਾ, ਔਰ cos ਕੀ ਸੀਗਾ? B/H। ਇਹਨੂੰ ਪੁੱਠਾ ਕਰ ਦਿਓ ਕੀ ਬਣੇਗਾ? H/B। ਔਰ ਲਾਸਟ ਜਿਹੜੀ ਟ੍ਰਿਗਨੋਮੈਟ੍ਰਿਕ ਰੇਸ਼ੋ ਆਪਣੇ ਕੋਲ ਹੁੰਦੀ ਆ ਦੈਟ ਇਜ਼ cot ਥੀਟਾ। ਇਹ ਟੈਨ ਦਾ ਉਲਟਾ ਹੁੰਦੀ ਆ ਯਾਨੀ ਕਿ 1/tan ਹੁੰਦੀ ਆ, ਔਰ ਇਹਦੀ ਵੈਲਿਊ ਹੋ ਜਾਏਗੀ B/P ਯਾਨੀ ਕਿ ਬੇਸ ਬਾਏ ਪਰਪੈਂਡੀਕੂਲਰ। ਠੀਕ ਹੈ ਬੇਟਾ, ਇਹ ਸਾਡੇ ਕੋਲ 6 ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਹੋ ਗਈਆਂ। ਧਿਆਨ ਨਾਲ ਦੇਖ ਲਓ ਕਿਹੜੀਆਂ ਵਾ? ਸਾਈਨ, ਕੋਸ, ਟੈਨ, ਕੋਸੀਕੈਂਟ, ਸੀਕੈਂਟ ਅਤੇ ਕੌਟ। ਕੁਐਸਚਨ ਦੇ ਵਿੱਚ ਤੁਹਾਨੂੰ ਇਹ 6 ਦੀਆਂ 6 ਵੈਲਿਊ ਜਿਹੜੀਆਂ ਵਾ ਚੰਗੀ ਤਰ੍ਹਾਂ ਆਉਣੀਆਂ ਚਾਹੀਦੀਆਂ ਵਾ। ਠੀਕ ਹੈ ਬੇਟਾ, ਲਰਨ ਕਰਾਂਗੇ ਆਪਾਂ ਇਹਨਾਂ ਨੂੰ। ਠੀਕ ਹੈ ਜੀ। ਫਾਰਮੂਲਾ ਤੁਹਾਡੇ ਸਾਹਮਣੇ ਮੈਂ ਦੱਸਤਾ ਕਿ ਕਿੱਦਾਂ ਲਰਨ ਕਰਨੀਆਂ ਪਹਿਲੀਆਂ 3, ਬਾਕੀ ਜਿਹੜੀਆਂ ਵਾ ਇਸ ਤੋਂ ਬਣ ਜਾਣੀਆਂ। ਨੋਟਸ ਵਾਸਤੇ ਬੇਟਾ ਇਹਦਾ ਸਕਰੀਨਸ਼ਾਟ ਲੈ ਸਕਦੇ ਹੋ ਇਸੀ ਪੇਜ ਦਾ। ਠੀਕ ਹੈ, ਇਸ ਪੇਜ ਦਾ ਸਕਰੀਨਸ਼ਾਟ ਲੈ ਲਓ। ਇੱਦਾਂ ਕੁਐਸਚਨ ਕਿਸ ਤਰ੍ਹਾਂ ਦੇ ਆ ਰਿਹਾ ਟ੍ਰਿਗਨੋਮੈਟਰੀ ਦੇ ਵਿੱਚ? ਪਹਿਲਾਂ ਤਾਂ ਬੇਸਿਕ ਐਕਸਰਸਾਈਜ਼ ਕੁਐਸਚਨਸ ਕਰਾਂਗੇ। ਮੰਨ ਲਓ ਸਾਡੇ ਕੋਲ ਸਾਈਨ ਥੀਟਾ ਦੀ ਵੈਲਿਊ 3/4 ਦਿੱਤੀ ਆ, ਉਹਨੇ ਪੁੱਛਿਆ ਕੋਸ ਦੀ ਵੈਲਿਊ ਕਿੰਨੀ ਹੋਏਗੀ। ਆਪਾਂ ਇੱਕ ਬੇਸਿਕ ਫਾਰਮੂਲਾ ਯੂਜ਼ ਕਰਕੇ ਜਾਂ ਕਹੀਏ ਕਿ ਬੇਸਿਕ ਪ੍ਰੋਪਰਟੀਜ਼ ਯੂਜ਼ ਕਰਕੇ ਆਪਾਂ ਇਹਨੂੰ ਸੋਲਵ ਕਰਦੇ ਹਾਂ। ਦੇਖੋ ਸਾਈਨ ਥੀਟਾ ਸਾਡੇ ਕੋਲ P/H ਯਾਨੀ ਕਿ ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼ ਦੇ ਬਰਾਬਰ ਹੁੰਦਾ। ਪਿਛਲੇ ਫਾਰਮੂਲਾ 'ਚ ਆਪਾਂ ਪੜ੍ਹਿਆ ਵਾ, ਤੁਸੀਂ ਦੇਖ ਸਕਦੇ ਹੋ ਉੱਤੇ। ਸਾਈਨ ਦੀ ਵੈਲਿਊ ਕੀ ਪੜ੍ਹੀ ਸੀਗੀ? ਪਰਪੈਂਡੀਕੂਲਰ ਬਾਈ ਹਾਈਪੋਟੇਨਿਊਜ਼ P/H। ਠੀਕ ਹੈ ਜੀ, ਉਹੀ ਆਪਾਂ ਇੱਥੇ ਯੂਜ਼ ਕਰਾਂਗੇ। ਹੁਣ ਕੀ ਕਰਦੇ ਹਾਂ, ਇਹਨੂੰ ਇਹਦੀ ਵੈਲਿਊਜ਼ ਦੇ ਬਰਾਬਰ ਰੱਖਦੇ ਨੇ ਜਿਹੜੀ ਸਾਨੂੰ ਕੁਐਸਚਨ 'ਚ ਗਿਵਨ ਆ। ਇਟ ਮੀਨਸ P ਦੀ ਵੈਲਿਊ 3 ਅਤੇ H ਦੀ ਵੈਲਿਊ 4 ਹੋ ਗਈ।
ਆਪਾਂ ਨਾਲ ਕੇ ਲਗਾ ਦਾਂਗੇ ਇਹਨਾਂ ਦੇ, ठीक है। के कोई भी पॉजिटिव इंटीजर हो सकता वा। चलो जी हुण इन्हूं सॉल्व किद्दां करना, आपां पाइथागोरस थ्योरम यूज़ करनी इत्थे। पाइथागोरस थ्योरम की कहती सी, हाइपोटेन्यूज दा स्क्वेयर बेस दे स्क्वेयर प्लस परपेंडिकुलर दे स्क्वेयर दे बराबर सी। साडे कोले जो वैल्यूज़ हैगियां वा वो हैगी परपेंडिकुलर दी, यानी कि इहदी वैल्यू गिवन आ 3k दा स्क्वेयर प्लस हाइपोटेन्यूज की वैल्यू यानी कि 4k सानूं इत्थे गिवन आ। इत्थों आपां की करते हैं, ये 3k नूं चक के इधर ले आने आ, यानी कि 4k स्क्वेयर माइनस 3k दा स्क्वेयर कर दिंदे आ, तो वो बेस के स्क्वेयर के बराबर हो जाऊगा। आप सॉल्व करके इस पासे लिख देने इन्हों, यह आ जाएगा अपने को 4 का स्क्वेयर 16k स्क्वेयर माइनस 3 का स्क्वेयर 9k स्क्वेयर। बेटा देखो स्क्वेयर किद्दां करना, 4 इंटू 4 इंटू के ये हो गया स्क्वेयर इहदा। इहनूं लिखना 3 इंटू 3 इंटू के यानी कि 2 बारी मल्टीप्लाई कर देना। फिर इत्थे आ जाना 16 चो 9 घटा दो, देखो 16 चो 9 घटाए 7 आ गया। के स्क्वेयर चो के स्क्वेयर नहीं कटना, वो कॉमन आना वा, ठीक है। इट मीनस बी स्क्वेयर की वैल्यू के बराबर आ 7k स्क्वेयर की, पर अपन बी की वैल्यू यानी कि बेस की वैल्यू चाहिए आ, वो आ जाएगी √7k। √7k क्यों आएगी बेटा, क्योंकि इधर स्क्वेयर आते ये जो उधर जाएगा तो रूट बनूगा। कोई भी चीज़ जो स्क्वेयर आ इधर तो दूजे पासे वो रूट बनती है। हुण इहनूं सॉल्व करते हैं अगे, बी की वैल्यू साढ़े को √7k आ गई। हुण आपां cos थीटा लभना सीगा। cos थीटा का फॉर्मूला तुसीं पिछली स्लाइड देखा वा, वो होंदा वा बेस अपॉन हाइपोटेन्यूज। हुण बेस अपने को आ गया √7k, ठीक है जी, और हाइपोटेन्यूज कितनी सी बेटा इस क्वेश्चन के 4k, इत्थे आ गया जी 4k। हुण के नाल के कट्टिया जाऊगा तो आ जाऊगा अपने को √7/4। ये तुहाडे cos थीटा की वैल्यू आ जाएगी √7/4। चलो जी इसी क्वेश्चन को इत्थे खत्म करते हैं, अगला क्वेश्चन देख। अगले क्वेश्चन की गल करांगे बेटा। अगले क्वेश्चन के देखो बेटा, इत्थे लिखा वा इन ट्राइंगल ABC, आ ट्राइंगल तुहाडे कोल बनया है साइड पर, AB 24 दिता है, AC 25 आ और एंगल B 90 डिग्री का वा, ठीक है जी। इट मीनस राइट एंगल ट्राइंगल होया, ठीक है। जोड़ा भी ट्राइंगल एक एंगल 90 डिग्री हो राइट एंगल ट्राइंगल होंदा, ठीक है। ये साइन A cos A की वैल्यू लभनी है, फिर साइन C cos C की वैल्यू लभनी है। चलो इस क्वेश्चन को देखते हैं, सोल्यूशन शुरू करते हैं। इस क्वेश्चन के देखो बेटा, पहले तो आप फिगर दोबारा ही ड्रॉ कर लें। इस फिगर के 24 सीगा AB और AC दिता है 25। सब तो पहले तो आप BC लभांगे बाय यूजिंग पाइथागोरस। राइट एंगल ट्राइंगल ची लगनी बेटा पाइथागोरस थ्योरम। पाइथागोरस थ्योरम के द्वारा देखो तो मान लो कि C के उत्ते थीटा वा, मान लो आ बेस हो जाऊगा, आ परपेंडिकुलर और आ हाइपोटेन्यूज हो जाएगी, ठीक है। चलो जी आप हाइपोटेन्यूज का स्क्वायर इज इक्वल टू बेस का स्क्वायर प्लस परपेंडिकुलर स्क्वायर लिखता। हाइपोटेन्यूज की है इत्थे AC, आप लिखता AC का स्क्वायर, और बेस की है इत्थे BC, आप BC का स्क्वायर लिखता, प्लस परपेंडिकुलर यानी कि AB का स्क्वायर लिखता बेटा। हुण इस चीज़ के विच आप वैल्यूज़ पुट करनी शुरू करांगे। AC की वैल्यू अपने को 25 आ गई, BC की वैल्यू अपने को 24 आ गई, सॉरी BC की लभनी है बेटा, ठीक है। BC की वैल्यू आप फाइंड आउट करनी है, इन्हूं BC का स्क्वायर ही रहन दिंदे आ। AB की अपने को 24 आ गई वैल्यू। हुण देखो इत्थे इन्हूं चक के इधर लैके आवांगे, कि आ जाऊगा 25 का स्क्वायर माइनस 24 का स्क्वायर इज इक्वल टू BC का स्क्वायर। हुण देखो बेटा इत्थे आपां एक आइडेंटिटी यूज़ करांगे A स्क्वायर माइनस B स्क्वायर की। आइडेंटिटीज़ तुहानूं मैं दसियां सीगियां, दैट इज़ A प्लस B इंटू A माइनस B। इट मीनस एक बार 25 तो 24 प्लस करके लिख देना, फिर मल्टीप्लाई करके 25 तो 24 माइनस करके लिख देना। चलो देखते हैं जी, BC का स्क्वायर सॉल्व करांगे। इधरों देखो BC का स्क्वायर से बराबर लिखता आप। हुण एक बार 25 तो 24 प्लस कर दो, और एक बार 25 तो 24 माइनस कर दो, ठीक है। जो भी वड्डे नंबर होण और A स्क्वायर माइनस B स्क्वायर होवे, इट मीनस आप आही आइडेंटिटी लगा सकते हैं। विच कोई साइन नहीं तो मल्टीप्लाई होंदा, ये भी याद रखो। देखो जो प्लस करांगे 49 आ जाऊगा इंटू 1, यानी कि 49 ही रहूगा। BC स्क्वायर की वैल्यू 49 आई है, BC की वैल्यू कितनी हो जाएगी √49। स्क्वायर हटदा दूजे पासे रूट लगता वा, और 49 किहदा रूट होंदा बेटा 7 का, ठीक है जी। इट मीनस BC की वैल्यू अपने को आ गई 7। हुण आपां की लभना सीगा, देखो ट्राइंगल मैं तुहानूं समझाना वा किस तरह सीगा।
ट्राइंगल अपने को इसी तरह सीगा ABC, B 90 डिग्री का सीगा, ठीक है जी। ये 24 आया सी, ये 25 सॉरी ये 24 सी, ये 25 और ये 7 आ गया साढ़े को BC। हुण आपां साइन ए का मतलब की है कि साढ़े कोल थीटा कित्थे पिया वा, ए दे उत्ते थीटा रखना जी। ये गल इंपॉर्टेंट आ, जे ए आ साइन दे मोहरे ए लिखिया मीनस थीटा कित्थे रखांगे आपां, ए दे उत्ते रखांगे। थीटा बेटा कोई भी एंगल हो सकता वा, 0 तो लैके इनफिनिटी तक कोई भी एंगल हो सकता वा, ठीक है। चलो जी हुण आपां देखते हैं साइन ए की जो मैं वैल्यू लिखनी आ तो यदि मैं परपेंडिकुलर अपॉन हाइपरन्यूज लिखता वा है ना, तो कॉस ए की जो मैं गल करदा वा तो वह बेस अपॉन हाइपरन्यूज होंदा, ये आपां पहले फॉर्मूला च पढ़ लिया। नाउ जे थीटा इत्थे आ बेटा तो आ बेस होएगा, क्यों बेस होएगा बेटा, मैं बोलिया कि 90 और थीटा के विचकार वाली साइड को आपां बेस लेना हमेशा। इट मीनस बेस की हो गया, बेस कित्थे आ लिखा जी, ये जगह पर आप लिख देंगे AB। फिर थीटा के सामने वाली साइड में आप हाइपरन्यूज सॉरी परपेंडिकुलर कहने, परपेंडिकुलर किहड़ा हो गया अपने को BC हो गया। हुण हाइपरन्यूज किहड़ी बची, 90 के सामने वाली साइड, 90 तो बिल्कुल सामने वाली साइड किहड़ी है AC, ठीक है जी। सो नीचे आएगा AC, दोनों के हाइपरन्यूज च AC आ जाएगा। बस उन्हें वैल्यू पुट करनी है, देखो बेटा BC की वैल्यू कितनी है अपने को 7, आप 7 लिख देंगे। AC की वैल्यू अपने को कितनी है 25 तो उत्थे 25 लिखता। AB की वैल्यू कितनी है बेटा 24 अपॉन AC की वैल्यू कितनी है 25। ये तुहाडा आंसर आ गया जी। साइन A की वैल्यू आ गई 7/25, कॉस A की वैल्यू आ गई 24/25। हुण नाल नाल सानू इसी ट्राइंगल दे विच सैकेंड पार्ट भी दिता वा है ना, ये वैल्यू 24 आ, ये 25 तो ये 7 आ। हुण सानू पुछया गया वा सैकेंड पार्ट दे विच पहली चीज़ पुछी आ, सैकेंड पार्ट सानू पुछया गया वा साइन C तो कॉस C की वैल्यू लभनी है, ठीक है जी। हुण जे C लिखता बेटा, हुण देखो थीटा आपां शिफ्ट कर देना ये उत्ते, हुण जो बेस सीगा पहला वो परपेंडिकुलर बन जाएगा और जो परपेंडिकुलर सी वो बेस बन जाएगा। साइन C नूं आपां पहले सॉल्व करते हैं। साइन C वास्ते फॉर्मूला तो वही रहना P/H, परंतु हुण P की वैल्यू बदल जानी है, ठीक है जी। हुण P किहड़ा हो गया थीटा के सामने वाली साइड यानी कि AB हो गई, और हाइपरन्यूज किहड़ा हो गया, हाइपरन्यूज सेम ही रहता बेटा, वो नहीं चेंज होएगा, वो AC सीगा तो AC रहना वा। हुण AB की वैल्यू कितनी आ गई बेटा 24 बटा कितना हो गया 25, 25 की AC की वैल्यू आ। सिमिलरली कॉस C की वैल्यू की होगी बेस अपॉन हाइपरन्यूज। हुण बेस किहड़ा वा थीटा और 90 के विचकार वाली साइड यानी कि BC अपॉन हाइपरन्यूज किहड़ी आ AC, ठीक है जी। ये वैल्यू होगी 7/25। एक चीज़ नोट करो बेटा इस क्वेश्चन के विच साइन A जिहड़ा सीगा हुण वो कॉस C के बराबर आ, तो जिहड़ा कॉस A वो साइन C के बराबर आ। इट मीनस कि वैल्यूज़ जिहड़ियां वा इंटरचेंज हो जांदियां वा जदों आपां थीटा चेंज करते, ठीक है। काफ़ी इंपॉर्टेंट क्वेश्चन सीगा बेटा, इस क्वेश्चन के अकॉर्डिंग भी क्वेश्चन थानू मिल जाएंगे, ठीक। चलो बेटा हुण आपां ਇਹਦੇ ਨਾਲ ਦਾ ਇੱਕ ਹੋਰ क्वेश्चन ਤੁਹਾਨੂੰ मैं ਜਿਹੜਾ कि पेपर ਦੇ ਵਿੱਚ आ ਜਾਂਦਾ ਵਾ ਉਹ ਦਿਖਾ ਦਿੰਦਾ ਵਾ। ਮੰਨ ਲਓ ਤੁਹਾਡੇ ਕੋਲ ਵੈਲਿਊ ਦਿੱਤੀ ਆ ਸਾइन A = 3/4 ਤੇ ਤੁਹਾਨੂੰ ਵੈਲਿਊ ਪੁੱਛੀ ਆ ਫਾइंड ਵੈਲਿਊ ऑफ cos C। ट्राइंगल ਉਹੀ ਆ ਤੁਹਾਡੇ ਕੋਲੇ ABC 90 डिग्री B ਤੇ ਹੀ ਆ, ठीक है। इस दे वास्ते देखो मैं ਹੁਣੇ ਤੁਹਾਨੂੰ ਦੱਸਿਆ कि जिहड़ी वैल्यू पिछले क्वेश्चन देखो जिहड़ी वैल्यू साइन A की सीगी उही वैल्यू कॉस C की सीगी, ठीक है जी। हुण इहदा आंसर की हो जाएगा सेम, जो वैल्यू साइन A की आ उही वैल्यू किहदी होएगी कॉस C की होएगी। इट मीनस कॉस C की वैल्यू भी कितनी होगी 3/4 होगी, और ये क्वेश्चन इत्थे ही खत्म हो जाएगा, ठीक। MCQ की फॉर्म दे विच तुहानूं ये क्वेश्चन पूछे जा सकते हैं। ਹੁਣ ਇਸ ਤੋਂ ਬਾਅਦ ਆਪਾਂ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼ ਦੇਖਦੇ ਹਾਂ। ਆਇਡੈਂਟੀਟੀਜ਼ ਤੋਂ ਪਹਿਲਾਂ ਆਪਾਂ ਥੋੜ੍ਹੇ ਵੈਲਿਊਜ਼ ਵਾਲੇ ਦੇਖਦੇ ਹਾਂ, ਠੀਕ ਹੈ। ਸਾਡੇ ਕੋਲ ਨਾ ਇੱਕ ਟ੍ਰਿਗਨੋਮੈਟ੍ਰਿਕ ਟੇਬਲ ਹੁੰਦਾ ਬੇਟਾ, ਟ੍ਰਿਗਨੋਮੈਟ੍ਰਿਕ ਵੈਲਿਊਜ਼ ਹੁੰਦੀਆਂ ਨੇ। ਟ੍ਰਿਗਨੋਮੈਟ੍ਰਿਕ ਵੈਲਿਊਜ਼ ਕੀ ਨੇ, ਅਲੱਗ ਅਲੱਗ ਐਂਗਲਸ 'ਤੇ ਸਾਈਨ ਕੋਸ ਟੈਨ ਦੀ ਵੈਲਿਊਜ਼ ਆ ਬੇਟਾ, ਠੀਕ ਹੈ। ਉਹਨਾਂ ਵੈਲਿਊਜ਼ ਵਾਲੇ ਟੇਬਲ ਨੂੰ ਆਪਾਂ ਟ੍ਰਿਗਨੋਮੈਟ੍ਰਿਕ ਟੇਬਲ ਕਹਿ ਦਿੰਦੇ ਹਾਂ, ਠੀਕ ਹੈ। ਮੰਨ ਲਓ ਆਪਾਂ 0 ਡਿਗਰੀ 'ਤੇ ਚੈੱਕ ਕਰਦੇ ਹਾਂ, फिर आप 30 डिग्री ते चैक करते हैं, फिर 45 से, फिर अपने को फिर अपने को आप चैक करते हैं 60 ते, और फिर आप चैक करते हैं 90 ते बेटा, ठीक है जी। साइन
थीटा ਜਿਹੜਾ 0 ਤੇ ਹੁੰਦਾ ਵਾ ਉਹਦੀ ਵੈਲਿਊ 0 ਹੀ ਹੁੰਦੀ ਆ। ਸਾਈਨ 30 ਜਿਹੜਾ ਹੁੰਦਾ ਉਹਦੀ ਵੈਲਿਊ 1/2 ਹੁੰਦੀ ਆ। ਸਾਈਨ 45 1/√2 ਹੁੰਦਾ ਵਾ। ਸਾਈਨ 60 ਜਿਹੜਾ ਵਾ √3/2 ਹੁੰਦਾ ਵਾ। ਸਾਈਨ 90 1 ਹੁੰਦਾ ਵਾ। ਹੁਣ ਇਹੀ ਵੈਲਿਊਜ਼ ਨੂੰ ਆਪਾਂ ਨੀਚੇ ਉਲਟਾ ਕਰਕੇ ਲਿਖਣਾ, ਯਾਨੀ ਕਿ ਪਿੱਛੇ ਤੋਂ ਅੱਗੇ ਨੂੰ ਲਿਖਣਾ। ਪਹਿਲੀ ਵੈਲਿਊ ਸੀ 1, ਦੂਜੀ ਵੈਲਿਊ ਸੀ √3, ਇੱਧਰੋਂ ਚੱਲੋ ਬੇਟਾ ਇੱਧਰ ਨੂੰ। ਦੂਜੀ ਵੈਲਿਊ ਸੀ √3/2, ਨੈਕਸਟ ਵੈਲਿਊ 1/√2, ਉਸ ਤੋਂ ਨੈਕਸਟ ਵੈਲਿਊ 1/2 ਸੀਗੀ ਔਰ ਲਾਸਟ ਵੈਲਿਊ 0। ਅਤੇ ਇਸ ਤਰ੍ਹਾਂ ਇਹ ਟੇਬਲ ਤਿਆਰ ਹੋ ਜਾਂਦਾ। ਮਤਲਬ ਤੁਸੀਂ ਸਾਈਨ ਦੀ ਵੈਲਿਊਜ਼ ਨੂੰ ਲਰਨ ਕਰ ਲਓ, ਕੋਸ ਦੀ ਵੈਲਿਊ ਤੁਹਾਡੇ ਤੋਂ ਬਣ ਜਾਂਦੀਆਂ ਨੇ। ਇਸ ਤੋਂ ਬਾਅਦ ਟੈਨ ਦੀਆਂ ਕਿੱਦਾਂ ਬਣਨਗੀਆਂ ਬੇਟਾ? ਟੈਨ ਦੀ ਬਣਾਉਣ ਵਾਸਤੇ ਆਪਾਂ ਕੀ ਕਰਨਾ, ਟੈਨ ਦਾ ਇੱਕ ਫਾਰਮੂਲਾ ਯਾਦ ਰੱਖ ਲਓ, ਸਾਈਨ ਬਟਾ ਕੋਸ, ਯਾਨੀ ਕਿ ਸਾਈਨ ਨੂੰ ਕੋਸ ਨਾਲ ਡਿਵਾਈਡ ਕਰੋ ਤਾਂ ਟੈਨ ਦੀ ਵੈਲਿਊ ਆਉਂਦੀ ਹੈ। ਠੀਕ ਹੈ ਜੀ। ਹੁਣ 0 ਨੂੰ ਕਿਸੇ ਵੀ ਨੰਬਰ ਨਾਲ ਡਿਵਾਈਡ ਕਰ ਦਈਏ ਤਾਂ ਆਨਸਰ 0 ਹੀ ਆਉਂਦਾ ਵਾ। ਠੀਕ ਹੈ ਜੀ। ਉਸ ਤੋਂ ਬਾਅਦ 1/2 ਨੂੰ 3/2 ਨਾਲ ਵੰਡਦੇ ਹਾਂ ਆਪਾਂ। ਦੇਖੋ ਮੈਂ ਇੱਥੇ ਕਰਕੇ ਦਿਖਾਉਂਦਾ, 1/2 ਡਿਵਾਈਡ ਬਾਏ √3/2। ਹੁਣ ਇਹ 2 ਨਾਲ ਇਹ 2 ਕੱਟਿਆ ਜਾਏਗਾ ਅਤੇ ਆਨਸਰ ਆ ਜਾਏਗਾ 1/√3। ਠੀਕ ਹੈ ਜੀ। ਇਟ ਮੀਨਸ ਇਹਦੀ ਵੈਲਿਊ ਕਿੰਨੀ ਹੋਗੀ? 1/√3। ਫਿਰ ਹੁਣ ਅਗਲੇ 'ਚ ਜਾਈਏ, 45 ਡਿਗਰੀ ਦੇ ਵਿੱਚ ਟੈਨ ਦੀ ਵੈਲਿਊ 1/√5 1/√2 1/√2 ਨੂੰ ਡਿਵਾਈਡ ਕਰੀਏ ਤਾਂ ਕਿੰਨਾ ਆ ਜਾਊਗਾ? 1। ਮਤਲਬ ਸੇਮ ਵੈਲਿਊ ਨੂੰ ਸੇਮ ਨਾਲ ਡਿਵਾਈਡ ਕਰਦੇ ਪਏ ਆ। ਹੁਣ ਜੇ ਟੈਨ 60 ਦੀ ਗੱਲ ਕਰਾਂ ਤਾਂ ਆਪਾਂ √3/2 ਨੂੰ ਡਿਵਾਈਡ ਕਰਨਾ ਵਾ 1/2 ਦੇ ਨਾਲ। ਹੁਣ ਇਹ 2 ਦੇ ਨਾਲ 2 ਕੱਟਿਆ ਜਾਊਗਾ, ਵੈਲਿਊ ਬਚੇਗੀ √3/1। √3/1 ਹੁੰਦਾ ਵਾ √3। ਨੈਕਸਟ ਵੈਲਿਊ 1 ਨੂੰ 0 ਨਾਲ ਡਿਵਾਈਡ ਕਰਨਾ। ਆਪਾਂ ਕਿਸੇ ਵੀ ਨੰਬਰ ਨੂੰ ਜਦੋਂ 0 ਨਾਲ ਡਿਵਾਈਡ ਕਰਦੇ ਹਾਂ ਆਨਸਰ ਆਉਂਦਾ ਵਾ ਇਨਫੀਨਿਟੀ, ਯਾਨੀ ਕਿ ਨੋਟ ਡਿਫਾਈਨ। ਹੁਣ ਬੇਟਾ ਇਸ ਟੇਬਲ ਨੂੰ ਹਜੇ ਆਪਾਂ ਅੱਧਾ ਹੀ ਬਣਾਇਆ ਵਾ। ਹੁਣ ਪੂਰਾ ਕਿੱਦਾਂ ਬਣਾਇਆ ਜਾ ਸਕਦਾ ਵਾ? ਜਦੋਂ ਇਹਦੇ ਵਿੱਚ ਆਪਾਂ ਬਾਕੀ 6 ਟ੍ਰਿਗਨੋਮੈਟਿਕ ਰੇਸ਼ੋਜ਼ ਪੂਰੀਆਂ ਕਰ ਦਾਂਗੇ। ਬਾਕੀ 6 ਕਿਹੜੀਆਂ ਨੇ ਬੇਟਾ? ਦੇਖੋ ਕੋਸੀਕੈਂਟ ਰਹਿ ਗਿਆ ਆਪਣਾ, ਫਿਰ ਸੀਕੈਂਟ ਰਹਿ ਗਿਆ ਔਰ ਲਾਸਟ ਵਿੱਚ ਕੋਟ ਰਹਿ ਗਿਆ, ਹੈ ਨਾ। ਇਹਨਾਂ ਦੀਆਂ ਵੈਲਿਊਜ਼ ਵੀ ਆਪਾਂ ਨੂੰ ਪਤਾ ਹੋਣੀਆਂ ਚਾਹੀਦੀਆਂ ਵਾ। ਚਲੋ ਹੁਣ ਜੇ ਕੋਸੀਕੈਂਟ ਲੱਭਣਾ ਤਾਂ ਆਪਾਂ 1/sin ਕਰ ਦੇਣਾ। 1/sin ਮਤਲਬ ਸਾਈਨ ਦੀ ਵੈਲਿਊ ਨੂੰ ਰੈਸੀਪ੍ਰੋਕਲ ਕਰਨਾ, ਮਤਲਬ 1/0 ਕਰ ਦਿਓ। 1/0 ਕਰਤਾ ਜੀ। ਠੀਕ ਹੈ। 1/0 ਹੁਣ ਆਪਾਂ ਕਿਹਾ ਸੀ ਕਿਸੇ ਵੀ ਨੰਬਰ ਨੂੰ ਆਪਾਂ ਜਦੋਂ 0 ਨਾਲ ਡਿਵਾਈਡ ਕਰਦੇ ਹਾਂ ਤਾਂ ਇਨਫੀਨਿਟੀ ਆਨਸਰ ਆਉਂਦਾ ਵਾ। ਨੈਕਸਟ ਆਪਾਂ ਕਰਨਾ ਵਾ 1/2 ਦਾ ਰੈਸੀਪ੍ਰੋਕਲ 1/1/2 ਅਤੇ 2 ਚੱਲ ਕੇ ਉੱਪਰ ਚੱਲ ਜਾਏਗਾ, ਇਹਦਾ ਆਨਸਰ ਆ ਜਾਏਗਾ 2। ਨੈਕਸਟ 1/√2 ਨੂੰ ਰੈਸੀਪ੍ਰੋਕਲ ਕਰਨਾ ਮਤਲਬ ਉਲਟਾ ਕਰ ਦੇਣਾ ਤਾਂ √2/1 ਆ ਜਾਏਗਾ। ਅਗਲੀ ਵੈਲਿਊ 2/√3 ਹੋ ਜਾਏਗੀ ਔਰ 1 ਦਾ ਰੈਸੀਪ੍ਰੋਕਲ 1 ਹੀ ਹੁੰਦਾ ਵਾ। ਠੀਕ ਹੈ ਬੇਟਾ। ਇਸ ਤੋਂ ਬਾਅਦ ਸੀਕੈਂਟ ਦੀ ਆਪਾਂ ਗੱਲ ਕਰਾਂਗੇ। ਸੀਕੈਂਟ ਕਿੱਦਾਂ ਬਣਿਆ ਹੋਊਗਾ? 1/cos ਕਰਕੇ 1/cos। ਹੁਣ 1/cos ਕਰਾਂਗੇ ਤਾਂ ਕੀ ਆਊਗਾ? ਦੇਖੋ 1/1 ਹੀ ਕੀਤਾ ਆਪਾਂ ਅਤੇ ਆਨਸਰ ਕਿੰਨਾ ਆ ਗਿਆ? ਜਾਂ ਇਹੀ ਵੈਲਿਊ ਨੀਚੇ ਉਲਟਾ ਕਰਕੇ ਲਿਖ ਦਿਓ 1। ਫਿਰ ਆ ਜਾਏਗੀ 2/√3। ਫਿਰ ਆ ਜਾਏਗਾ ਆਪਣੇ ਕੋਲ √2। ਮੈਂ ਕੁਛ ਨਹੀਂ ਕਰ ਰਿਹਾ, ਸਿਰਫ cos ਦੀਆਂ ਵੈਲਿਊ ਨੂੰ ਉਲਟਾ ਯਾਨੀ ਕਿ ਰੈਸੀਪ੍ਰੋਕਲ ਕਰਕੇ ਲਿਖਦਾ ਪਿਆ। ਇਹਦਾ ਆ ਜਾਏਗਾ 2 ਔਰ 0 ਦਾ ਉਲਟਾ ਕੀ ਹੋ ਜਾਏਗਾ? ਇਨਫੀਨਿਟੀ ਹੋ ਜਾਏਗਾ। ਠੀਕ ਹੈ। ਇਸ ਤੋਂ ਬਾਅਦ ਕੋਟ ਬਣਾਉਣਾ ਅਤੇ ਉਹ 1/tan ਦੇ ਬਰਾਬਰ ਹੁੰਦਾ ਵਾ, 1/tan ਥੀਟਾ ਦੇ ਬਰਾਬਰ। ਤਾਂ ਹੁਣ ਟੈਨ ਦੀ ਵੈਲਿਊ ਨੂੰ ਉਲਟਾ ਕਰ ਦਿੰਦੇ ਹਾਂ। ਠੀਕ ਆ ਜੀ। ਸੋ 0 ਦੇਖੋ ਜੀ 1/0 ਮੈਂ ਜੇ ਲਿਖਦਾ ਵਾ ਤਾਂ ਉਹ ਨੋਟ ਡਿਫਾਈਨ ਯਾਨੀ ਕਿ ਇਨਫੀਨਿਟੀ ਵੈਲਿਊ ਹੋ ਗਈ। ਫਿਰ ਟੈਨ ਦੀ ਵੈਲਿਊ ਸੈਕਿੰਡ ਕੀ ਸੀਗੀ? 1/√3 ਉਹ √3 ਬਣ ਜਾਏਗੀ। ਇਹਦਾ 1 ਦਾ 1 ਹੀ ਬਣਨਾ ਵਾ। √3 ਦਾ 1/√3 ਬਣ ਜਾਏਗਾ ਔਰ ਇਨਫੀਨਿਟੀ ਦਾ ਉਲਟਾ ਕੀ ਹੋ ਜਾਏਗਾ? 0 ਹੋ ਜਾਏਗਾ। ਠੀਕ ਹੈ ਜੀ। ਇਸ ਤਰ੍ਹਾਂ ਕਰਕੇ ਆਪਾਂ ਸਾਰਾ ਟ੍ਰਿਗਨੋਮੈਟਿਕ ਟੇਬਲ ਜਿਹੜਾ ਵਾ ਇਹ ਬਣਾ ਲੈਣਾ ਵਾ। ਕਲੀਅਰ। ਠੀਕ ਹੈ। ਤੁਹਾਡੀ ਬੁੱਕ ਦੇ ਵਿੱਚ ਸ਼ਾਇਦ ਟੇਬਲ ਦਿੱਤਾ ਵੀ ਹੋਏਗਾ, ਉਹਨੂੰ ਲਰਨ ਵੀ ਕਰ ਸਕਦੇ ਹੋ ਤੁਸੀਂ। ਇਹਦੀ ਇੱਕ ਟ੍ਰਿਕ ਵੀ ਹੁੰਦੀ ਹੈ ਬੇਟਾ ਕਿ ਫਸਟ ਵੈਲਿਊ ਨਹੀਂ ਲਰਨ ਹੋਣੀਆਂ ਤਾਂ ਕਿੱਦਾਂ ਬਣਾਉਣੀਆਂ ਵਾ? ਆਪਾਂ ਕੀ ਕਰਨਾ 0 30 45 60 ਇੱਦਾਂ ਲਿਖਣਾ ਜੀ। 0 30 45 60 ਅਤੇ 90 ਇਹ ਸਾਰੇ ਐਂਗਲ ਲਿਖ ਲਏ। ਫਿਰ ਇਹਨਾਂ ਦੇ ਨੀਚੇ ਰੂਟ ਬਣਾ ਦੇਣਾ। ਠੀਕ ਹੈ। ਫਿਰ ਆਪਾਂ ਵੈਲਿਊ ਸ਼ੁਰੂ ਕਰਨੀ 0 1 2 3 4 ਔਰ ਸਾਰੇ ਨੂੰ 4 ਨਾਲ ਡਿਵਾਈਡ ਕਰ ਦੇਣਾ ਲਾਸਟ ਨੰਬਰ ਦੇ ਨਾਲ। ਫਿਰ ਜੋ ਵੀ ਬੇਟਾ ਸੋਲਵ ਕਰਕੇ ਆਨਸਰ ਆਏਗਾ ਉਹ ਤੁਹਾਡੇ ਕੋਲ ਇੱਥੇ ਲਿਖਿਆ ਹੋਊਗਾ। 0/4 ਇਜ਼ 0, √0 ਇਜ਼ 0। ਠੀਕ ਹੈ। ਆ 0 ਆ ਗਈ ਪਹਿਲੀ ਵੈਲਿਊ। ਅਗਲੇ ਦੀ ਵੈਲਿਊ ਦੇਖੋ 1 ਦਾ ਰੂਟ ਤਾਂ 1 ਹੀ ਹੁੰਦਾ ਵਾ, 4 ਦਾ ਅੰਡਰ ਰੂਟ ਕੀ ਹੁੰਦਾ ਵਾ 2। ਸੋ 1/2 ਆਨਸਰ ਆ ਜਾਣਾ। ਇਹਦੀ ਅੰਦਰ ਕਟਿੰਗ ਕਰ ਦਿਓ 2 1 ਜਾਂ 2 2 ਜਾਂ 1/√2 ਆ ਗਿਆ ਇਹਦਾ। √3/4 ਦਾ ਰੂਟ ਕੀ ਹੁੰਦਾ ਵਾ 2 ਅਤੇ 2 ਬਾਹਰ ਆ ਗਿਆ।
4 ਨਾਲ 4 ਕੱਟਿਆ ਗਿਆ, 1 ਦਾ रूट ਕੀ ਹੁੰਦਾ ਵਾ 1। ਦੇਖੋ ਤੁਹਾਡੇ ਕੋਲ ਸਾਈਨ ਦੀਆਂ ਪਹਿਲੀ ਵੈਲਿਊਜ਼ ਬਣ ਗਈਆਂ ਸਾਰੀਆਂ ਇਸ ਟ੍ਰਿਕ ਦੇ ਦੁਆਰਾ। ਚਲੋ ਜੀ ਹੁਣ ਕੁਐਸਚਨ ਕਿੱਦਾਂ ਦੇ ਆਊਗੇ ਉਹ ਦੇਖਦੇ ਹਾਂ। ਕੁਐਸਚਨ ਦੇ ਵਿੱਚ ਬੇਸਿਕਲੀ ਕੀ ਹੁੰਦਾ ਬੇਟਾ, ਸਾਡੇ ਕੋਲ ਮੰਨ ਲਓ ਤੁਹਾਨੂੰ ਕਿਹਾ ਉਹਨੇ ਫਾਈਂਡ ਜਾਂ ਇਵੈਲੂਏਟ ਇੱਦਾਂ ਕਰਕੇ ਕੁਐਸਚਨ ਆਉਂਦਾ ਵਾ, ਠੀਕ ਹੈ, ਜਾਂ ਫਿਰ ਫਾਈਂਡ ਲਿਖਿਆ ਜਾਂ ਇਵੈਲੂਏਟ ਲਿਖਿਆ ਵਾ। ਸਾਈਨ ਸਕੁਏਅਰ 30 ਪਲੱਸ ਕੋਸ ਸਕੁਏਅਰ 60 ਮੰਨ ਲਓ ਇਹ ਵੈਲਿਊ ਪੁੱਛ ਲਈ ਤੁਹਾਨੂੰ ਕਿੱਦਾਂ ਆਊਗੀ। ਹੁਣ ਸਾਈਨ 30 ਦੇਖਣਾ ਤੁਸੀਂ, ਸਕੁਏਅਰ ਨਹੀਂ ਦੇਖਣਾ ਤੁਸੀਂ। ਸਾਈਨ 30 ਦੀ ਵੈਲਿਊ ਹੁੰਦੀ 1/2, ਆਪਾਂ ਹੁਣੇ ਪਿੱਛੇ ਟੇਬਲ 'ਚ ਪੜ੍ਹੀ ਆ, ਔਰ ਇਹਦਾ ਕਰ ਦੇਣਾ ਸਕੁਏਅਰ, ਪਲੱਸ ਅਤੇ ਪਲੱਸ ਪਾ ਦੇਣਾ। ਕੋਸ 60 ਦੀ ਵੈਲਿਊ ਹੁੰਦੀ ਬੇਟਾ 1/2, ਔਰ ਇਹਦਾ ਵੀ ਆਪਾਂ ਕੀ ਕਰ ਦੇਣਾ ਸਕੁਏਅਰ ਕਰ ਦੇਣਾ। ਫਿਰ ਦੋਨਾਂ ਨੂੰ ਸੋਲਵ ਕਰਾਂਗੇ, ਇਹਦਾ ਆ ਜਾਊਗਾ 1/4 ਪਲੱਸ 1/4। ਇੱਥੇ ਐਲਸੀਐਮ ਲਵਾਂਗੇ ਇਹਨਾਂ ਦੋਨਾਂ ਨੰਬਰ ਦਾ ਕਿੰਨਾ ਆ ਜਾਊਗਾ 4, ਔਰ ਉੱਪਰ ਕੀ ਆ ਜਾਏਗਾ ਬੇਟਾ ਕ੍ਰੋਸ ਸਿੱਧਾ 1 + 1 ਯਾਨੀ ਕਿ 2। 2/4 ਦੀ ਕਟਿੰਗ ਕਰਾਂਗੇ ਬੇਟਾ ਆਪਾਂ ਅਤੇ 1/2 ਆ ਜਾਏਗਾ। ਆਂਸਰ ਕਿੰਨਾ ਆ ਗਿਆ 1/2। ਹੋਪ ਸੋ ਸਮਝ ਲੱਗਾ ਕੁਐਸਚਨ ਕਿਸ ਤਰ੍ਹਾਂ ਦੇ ਆ ਸਕਦੇ ਆ। ਹੋਰ ਕੁਐਸਚਨ ਇਹਦੇ ਵਿੱਚ ਬੇਟਾ ਥੋੜ੍ਹਾ ਜਿਹਾ ਕੰਪਲੀਕੇਟਡ ਕੁਐਸਚਨ ਵੀ ਲਾ ਦਿੰਦੇ ਆ। ਮੰਨ ਲਓ ਤੁਹਾਨੂੰ ਕਿਹਾ ਵਾ ਸਾਈਨ ਸਕੁਏਅਰ ਇਵੈਲੂਏਟ ਹੀ ਆਇਆ ਕੁਐਸਚਨ ਦੇ ਵਿੱਚ, ਸਾਈਨ ਸਕੁਏਅਰ 30 ਪਲੱਸ ਕੋਸ ਸਕੁਏਅਰ 30 ਡਿਵਾਈਡ ਬਾਏ ਟੈਨ 45, ਠੀਕ ਹੈ। ਇਹਦਾ ਆਨਸਰ ਕਿੰਨਾ ਹੋਏਗਾ। ਹੁਣ ਇਹਨੂੰ ਸੋਲਵ ਕਿੱਦਾਂ ਕਰਨਾ, ਆਪਾਂ ਪਹਿਲਾਂ ਸਾਈਨ ਸਕੁਏਅਰ 30 ਦੀ ਵੈਲਿਊ ਦੇਖਣੀ। ਸਾਈਨ ਦੀ ਵੈਲਿਊ 30 ਦੇ ਉੱਤੇ 1/2 ਹੁੰਦੀ, ਇਹਦਾ ਸਕੁਏਅਰ ਕਰ ਦਿਓ। ਫਿਰ ਕੋਸ 30 ਦੀ ਵੈਲਿਊ ਦੇਖਣੀ ਹੈ, ਕੋਸ 30 ਦੀ ਵੈਲਿਊ ਹੁੰਦੀ √3/2, ਔਰ ਇਹਦਾ ਵੀ ਕਰ ਦੇਣਾ ਆਪਾਂ ਸਕੁਏਅਰ। ਡਿਵਾਈਡ ਕਰਨਾ ਕਿੰਨਾ ਟੈਨ 45 ਨਾਲ, ਟੈਨ 45 ਦੀ ਵੈਲਿਊ ਹੁੰਦੀ ਆ 1। ਚਲੋ ਜੀ ਇਹਨੂੰ ਸੋਲਵ ਕਰਦੇ ਹਾਂ 1/2 ਪਲੱਸ ਦੇਖੋ √3 ਦਾ ਸਕੁਏਅਰ ਆਪਾਂ ਜਦੋਂ ਕਰਦੇ ਹਾਂ ਇਹਦਾ ਆਨਸਰ ਹੁੰਦਾ ਵਾ 3। ਜੇ √5 ਦਾ ਸਕੁਏਅਰ ਕਰਦੇ ਹਾਂ ਇਹਦਾ ਆਨਸਰ ਹੁੰਦਾ ਵਾ 5। ਜੇ √100 ਦਾ ਸਕੁਏਅਰ ਕਰਦੇ ਹਾਂ ਤਾਂ ਇਹਦਾ ਆਨਸਰ ਹੁੰਦਾ ਵਾ 100। ਮਤਲਬ ਯਾਦ ਰੱਖੋ ਰੂਟ ਦੇ ਵਿੱਚ ਕੋਈ ਵੈਲਿਊ ਹੈਗੀ ਹੈ ਉਹਦਾ ਸਕੁਏਅਰ ਕਰਨਾ ਅਤੇ ਉਹ ਵੈਲਿਊ ਹੀ ਇਹਦਾ ਆਨਸਰ ਹੋ ਜਾਏਗੀ, ਠੀਕ ਹੈ। ਤਾਂ ਮਤਲਬ ਹੁਣ ਇਹਨੂੰ ਸੋਲਵ ਕਰਦੇ ਹਾਂ ਤਾਂ ਕੀ ਆ ਜਾਏਗਾ ਆਪਣੇ ਕੋਲ, ਹਾਂਜੀ √3 ਨੂੰ ਸਕੁਏਅਰ ਕੀਤਾ ਤਾਂ 3 ਆ ਗਿਆ। 2 ਦਾ ਸਕੁਏਅਰ ਹੁੰਦਾ ਵਾ 4, ਤਾਂ ਨੀਚੇ 4 ਆ ਗਿਆ। ਹੁਣ ਐਲਸੀਐਮ ਲੈਣਾ ਪੈਣਾ ਵਾ, ਪਹਿਲਾਂ ਇਹਨੂੰ ਸੋਲਵ ਕਰ ਲੈਣਾ ਥੋੜ੍ਹਾ ਜਿਹਾ। ਹੁਣ ਦੇਖੋ ਅੱਛਾ ਇੱਥੇ ਬੇਟਾ 2 ਦਾ ਸਕੁਏਅਰ ਕਰਨਾ ਹੀ 4 ਆਉਣਾ ਹੈਗਾ ਨੀਚੇ, 1/2 ਦਾ ਸਕੁਏਅਰ ਕੀਤਾ ਅਤੇ ਉਹ ਵੀ 4 ਹੁੰਦਾ ਵਾ, ਠੀਕ ਹੈ। ਅਤੇ ਇੱਥੇ 1/4 ਆ ਗਿਆ। ਇਹਨਾਂ ਨੂੰ ਸੋਲਵ ਕਰਦੇ ਆ, ਨੀਚੇ 1 ਨਾਲ ਲਿਖਣ ਦੀ ਲੋੜ ਨਹੀਂ, ਹੁਣ ਨੀਚੇ ਸਿੱਧਾ 4 ਆ ਜਾਏਗਾ ਵਾਲਾ ਇਹਨਾਂ ਦੋਨਾਂ ਦਾ 4 ਐਲਸੀਐਮ, ਅਤੇ ਉੱਪਰ ਆ ਜਾਏਗਾ 1 + 3 ਹੋ ਗਿਆ 4/4। ਕਟਿੰਗ ਕਰਕੇ ਕਿੰਨਾ ਆ ਜਾਊਗਾ 1 ਆ ਜਾਊਗਾ ਬੇਟਾ। ਸੋ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਦੇਖਣ ਨੂੰ ਮਿਲਣਗੇ, ਠੀਕ ਹੈ। ਹੋਰ ਕੁਐਸਚਨ ਕਿਸ ਤਰ੍ਹਾਂ ਬਣ ਸਕਦੇ ਆ, ਫੋਰ ਐਗਜ਼ਾਮਪਲ ਆਪਾਂ ਇੱਕ ਕੁਐਸਚਨ ਦੇਖੀਏ, ਟੈਨ A + B ਬ੍ਰੈਕਟ ਪਾ ਕੇ ਲਿਖਿਆ ਵਾ A + B = 60, रुक जाओ बेटा, सॉरी 60 कहता है √3, ठीक है जी। और दूसरी सानू वैल्यू दी आ tan A - B = 1/√3, वेयर A + B जोड़ा वा वो <= 90 है, ठीक है जी। कंडीशन भी दे दी उन्हें। हुण क्या वा फाइंड A एंड B, इस क्वेश्चन दे विच A ते B पुछया सानू। हुण इहनूं किद्दां सॉल्व करांगे बेटा, साडे कोल देखो टैन पहलां तां गिवन की आ, टैन A + B किहदे बराबर आ बेटा √3। टैन की ही वैल्यू देखो जिस √3 आंदा होवे। हुण टैन की किहड़ी वैल्यू च √3 आंदा आपां हुणे चैक करदे हां। देखो ये अपने कोल टेबल निकल आया, आपां देखिया टैन दे विच √3 कित्थे आंदा वा 60 डिग्री ते आंदा बेटा। सो आपां इहनूं यूज़ करांगे, ठीक है। सो किन्ने ते आंदा वा टैन 60 ते आंदा वा, आपां इहनूं लिखता = टैन 60। हुण देखो टैन नाल टैन कट्टिया गया समझ लो, तो अपने कोल A + B की वैल्यू कितनी आ गई 60 डिग्री आ गई। इन्हूं इक्वेशन नंबर 1 दे दो। सिमिलरली सानू टैन A - B की वैल्यू 1/√3 दी गई, यानी कि टैन 30 के बराबर होंगी है। सो आप इन्हूं लिख देंगे टैन A - B = टैन 30। हुण टैन नाल टैन फिर कट्टिया गया, इट मीनस A - B की वैल्यू कितनी आ गई 30 डिग्री आ गई, ठीक है जी। हुण की करना आपां इस इक्वेशन और इस इक्वेशन को यूज़ करते हुए इन दोनों इक्वेशन यूज़ करना आपां। इत्थों A की वैल्यू पहला कढ़ लो, ये आ गई 30 + B, ठीक है। हुण ये वैल्यू जिहड़ी आ ये चक के आपां फस्ट इक्वेशन की A च पुट कर दिंदे आ। इत्थे लिखांगे फ्रॉम 1 and 2
ਆਪਾਂ ए ਦੀ ਵੈਲਿਊ ਸੈਕਿੰਡ 'ਚੋਂ ਕੱਢੀ, ਫਸਟ 'ਚ ਪੁੱਟ ਕਰਤੀ। ਠੀਕ ਹੈ, ਸੋ 30 ਪਲੱਸ ਬੀ, ए ਦੀ ਵੈਲਿਊ ਕੀ ਆ 30 ਪਲੱਸ ਬੀ, ਇੱਥੇ ਲਿਖਤਾ ਮੈਂ 30 ਪਲੱਸ ਬੀ, ए ਦੀ ਜਗ੍ਹਾ 'ਤੇ ਲਿਖੀ ਆ, ਔਰ बी ਦੀ ਜਗ੍ਹਾ 'ਤੇ ਕੀ ਲਿਖੂੰਗਾ बी ਲਿਖੂੰਗਾ ਬੇਟਾ, बी ਦੀ ਜਗ੍ਹਾ 'ਤੇ B ਲਿਖਤਾ, ਇਕੁਅਲ ਟੂ ਕੀ ਸੀਗਾ 60। ਹੁਣ ਇੱਥੇ ਆ ਗਿਆ 2B ਅਤੇ ਇੱਧਰ 30 ਪਲੱਸ ਸੀਗਾ, ਇੱਧਰ ਹੋ ਗਿਆ 60, B ਪਲੱਸ B 2B ਹੋ ਗਿਆ। ਹੁਣ ਇਹਨੂੰ ਸੋਲਵ ਕਰਦੇ ਹਾਂ ਬੇਟਾ, 30 ਨੂੰ ਚੱਕ ਕੇ ਉੱਧਰ ਲੈ ਜਾਓ, 2B ਬਰਾਬਰ ਆ ਜਾਏਗਾ 60 ਮਾਈਨਸ 30 ਯਾਨੀ ਕਿ 30 ਡਿਗਰੀ। ਅਤੇ ਹੁਣ ਕੀ ਕਰਨਾ ਆਪਾਂ, ਆ ਜਿਹੜਾ 2B ਸੀਗਾ ਇੱਥੋਂ ਸਿਰਫ B ਰਹਿਣ ਦੇਣਾ, 2 ਚੱਕ ਕੇ ਇਹਦੇ ਥੱਲੇ ਲਿਆਉਣਾ ਯਾਨੀ ਕਿ 30 ਦੇ ਥੱਲੇ, B ਦੀ ਵੈਲਿਊ ਆ ਗਈ 15। ਹੁਣ ਸਾਨੂੰ ਇੱਕ ਚੀਜ਼ ਹੋਰ ਦੇਖੋ, A ਪਲੱਸ B ਨੂੰ ਪਲੱਸ ਕਰਕੇ 60 ਆਉਂਦਾ ਸੀਗਾ, ਇਟ ਮੀਨਸ ਆਪਾਂ ਜੇ A ਦੀ ਵੈਲਿਊ ਲੱਭਣੀ ਆ ਅਤੇ B ਦੀ ਵੈਲਿਊ ਆਪਾਂ 15 ਰੱਖ ਦਈਏ, ਕਿਉਂਕਿ B ਦੀ 15 ਆ ਗਈ ਸੀ ਸਾਡੇ ਕੋਲ ਵੈਲਿਊ, ਅਤੇ ਇਹਦੀ ਟੋਟਲ ਵੈਲਿਊ ਕਿੰਨੀ ਸੀਗੀ 60। ਹੁਣ 15 ਜਾ ਕੇ ਉੱਧਰ ਮਾਈਨਸ ਹੋ ਜਾਊਗਾ, ਸੋ A ਇਜ਼ ਇਕੁਅਲ ਟੂ 60 ਮਾਈਨਸ 15 ਯਾਨੀ ਕਿ ਆ ਗਈ 45 ਡਿਗਰੀ। ਤਾਂ A ਦੀ ਵੈਲਿਊ ਕਿੰਨੀ ਆ ਗਈ 45। ਇਹ ਤੁਹਾਡੇ ਕੋਲ ਆਨਸਰ ਹੋ ਜਾਏਗਾ A ਅਤੇ B ਦਾ। ਇਸ ਤਰ੍ਹਾਂ ਦੇ ਕੁਐਸਚਨ ਬੇਟਾ ਦੇਖਣ ਨੂੰ ਪੇਪਰ ਦੇ ਵਿੱਚ ਜ਼ਰੂਰ ਮਿਲੂਗੇ। ਇੱਕ ਕੁਐਸਚਨ ਤੁਹਾਨੂੰ ਐਜ਼ ਆ ਹੋਮਵਰਕ ਦੇ ਰਿਹਾ ਵਾ, ਠੀਕ ਹੈ ਜੀ। ਮੰਨ ਲਓ ਸਾਈਨ A ਪਲੱਸ B ਦੀ ਵੈਲਿਊ ਤੁਹਾਡੇ ਕੋਲ ਦਿੱਤੀ ਹੋਈ ਆ 1/√3/2 ਅਤੇ ਸਾਈਨ A ਮਾਈਨਸ B ਦੀ ਵੈਲਿਊ ਤੁਹਾਨੂੰ ਦਿੱਤੀ ਹੋਈ ਆ 1/2 ਔਰ ਕਿਹਾ ਵਾ ਕਿ ਫਾਈਂਡ A ਐਂਡ B ਵੇਅਰ A ਪਲੱਸ B ਇਜ਼ ਲੈਸ ਦੈਨ ਇਕੁਅਲ ਟੂ 90। ਇਹ ਕੰਡੀਸ਼ਨ ਦੇ ਦਿੱਤੀ ਤੁਹਾਨੂੰ, ਤੁਸੀਂ A ਅਤੇ B ਦੀ ਵੈਲਿਊ ਲੱਭਣੀ ਆ। ਇਹ ਕੁਐਸਚਨ ਸੋਲਵ ਕਰਕੇ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਜ਼ਰੂਰ ਦੇਣਾ, ਠੀਕ ਹੈ ਬੇਟਾ। ਆਪਾਂ ਟ੍ਰਿਗਨੋਮੈਟਰੀ ਦਾ 1/2 ਪੂਰਾ ਕੰਪਲੀਟ ਕਰ ਲਿਆ ਵਾ ਚੰਗੀ ਤਰ੍ਹਾਂ, ਇਹ ਵੀਡੀਓ ਪੂਰੀ ਦੇ ਨਾਲ, ਠੀਕ ਹੈ। ਸੈਕਿੰਡ ਪਾਰਟ ਦੇ ਵਿੱਚ ਆਪਾਂ ਇਹਦੇ ਕੁਛ ਡਿਫੀਕਲਟ ਆਈਡੈਂਟੀਟੀਜ਼ ਔਰ ਕੁਐਸਚਨ ਦੇਖਾਂਗੇ, ਠੀਕ ਹੈ। ਬੇਸਿਕ ਤੁਹਾਡਾ ਇਸ ਵੀਡੀਓ ਦੇ ਨਾਲ ਕਲੀਅਰ ਹੋ ਜਾਏਗਾ। ਹੁਣ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਆਪਣੇ ਦੋਸਤਾਂ ਨਾਲ, ਤਾਂ ਕਿ ਜਿਹੜਾ ਬੱਚਿਆਂ ਨੂੰ ਟ੍ਰਿਗਨੋਮੈਟਰੀ ਦੇ ਵਿੱਚ ਪ੍ਰੋਬਲਮ ਆਉਂਦੀ ਆ ਉਹ ਸਾਰੇ ਕੁਐਸਚਨਸ ਅਤੇ ਆਈਡੈਂਟੀਟੀਜ਼ ਨੂੰ ਚੰਗੀ ਤਰ੍ਹਾਂ ਪੜ੍ਹ ਸਕਣ, ਠੀਕ ਹੈ। ਚਲੋ ਮਿਲਦੇ ਹਾਂ ਨੈਕਸਟ ਵੀਡੀਓ 'ਚ। ਚੈਨਲ ਨਵਾਂ ਸਬਸਕ੍ਰਾਈਬ ਜ਼ਰੂਰ ਕਰਿਓ।